ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸੱਜਣੋ ਤੇ ਮਿੱਤਰੋ, ਹਯਾਤੀ ਵਿੱਚ ਬਹੁਤ ਸਾਰੇ ਅਜਿਹੇ ਮਰਾਹਲ ਆਉਂਦੇ ਨੇ ਜਿਹੜੇ ਇਨਸਾਨ ਨੂੰ ਅੰਦਰੋਂ ਹਿਲਾ ਕੇ ਰੱਖ ਦਿੰਦੇ ਨੇ। ਬੰਦਾ ਕੀ ਕੁਛ ਸੋਚਦਾ ਹੈ, ਕੀ ਮਨਸੂਬੇ ਬਣਾਉਂਦਾ ਹੈ, ਕਿੰਨੀਆਂ ਖਾਸ਼ਾਂ ਕਰਦਾ ਹੈ ਅਤੇ ਇਹਨਾਂ ਖਾਸ਼ਾਂ ਦੀ ਤਕਮੀਲ ਲਈ ਰੱਬ ਸੱਚੇ ਅੱਗੇ ਝੋਲੀ ਅੱਡ ਕੇ ਕਿੰਨੀਆਂ ਦੁਆਵਾਂ ਕਰਦਾ ਹੈ। ਕਦੀ ਇਹ ਦੁਆਵਾਂ ਪੂਰੀਆਂ ਹੋ ਜਾਂਦੀਆਂ ਨੇ ਅਤੇ ਕਦੀ ਇਹਨਾਂ ਦੁਆਵਾਂ ਦੀ ਤਕਮੀਲ ਰੱਬ ਸੱਚੇ ਦੀ ਹਜ਼ੂਰੀ ਉਸ ਭਲੇ ਵੇਲੇ ਤੱਕ ਟਾਲ ਦਿੱਤੀ ਜਾਂਦੀ ਹੈ ਜਿਹੜਾ ਬੰਦੇ ਦੇ ਹੱਕ ਵਿੱਚ ਬਿਹਤਰ ਹੁੰਦਾ ਹੈ। ਮੈਂ ਰੱਬ ਸੱਚੇ ਉੱਤੇ ਯਕੀਨ ਕਾਮਲ ਰੱਖਣ ਵਾਲਾ ਮਾੜਾ ਜਿਹਾ ਮੁਸਲਮਾਨ ਹਾਂ। ਮੈਂ ਸਮਝਦਾ ਹਾਂ ਕਿ ਹਰ ਅਮਰ ਰੱਬ ਵੱਲੋਂ ਅੱਛਾਈ ਨਾਲ ਤਾਬੀਰ ਹੈ। ਜਦ ਸਾਡੇ ਹੱਕ ਵਿੱਚ ਬਿਹਤਰ ਹੁੰਦਾ ਹੈ, ਰੱਬ ਸੱਚਾ ਉਦੋਂ ਹੀ ਸਾਡੀ ਅਜ਼ਮਾਇਸ਼ ਟਾਲਦਾ ਹੈ। ਇਹ ਅਜ਼ਮਾਇਸ਼ ਮਾਲੋ ਦੌਲਤ ਦੀ ਹੋ ਸਕਦੀ ਹੈ, ਔਲਾਦ ਦੀ ਪਰੇਸ਼ਾਨੀ ਨਾਲ ਜੁੜੀ ਵੀ ਹੋ ਸਕਦੀ ਹੈ ਅਤੇ ਬਾਜ਼ ਔਕਾਤ ਤੁਹਾਡੀ ਸਿਹਤ ਵੀ ਰੱਬ ਸੱਚੇ ਵੱਲੋਂ ਕਿਸੇ ਖਾਸ ਮਸਲਤ ਪਾਰੋਂ ਅਜ਼ਮਾਇਸ਼ ਦੇ ਜ਼ਰੀਏ ਬਣ ਸਕਦੀ ਹੈ। ਜਿਨ੍ਹਾਂ ਲੋਕਾਂ ਨੂੰ ਆਪਣੇ ਸੱਚੇ ਰੱਬ ਉੱਤੇ ਯਕੀਨ ਹੈ, ਉਹ ਇਸ ਗੱਲ ਨੂੰ ਆਪਣੇ ਈਮਾਨ ਦਾ ਹਿੱਸਾ ਬਣਾਉਂਦੇ ਨੇ। ਜੇਕਰ ਅੱਜ ਅਸੀਂ ਕਿਸੇ ਪਰੇਸ਼ਾਨੀ ਵਿੱਚ ਮੁਬਤਲਾ ਹਾਂ ਅਤੇ ਇਹਦੇ ਵਿੱਚ ਰੱਬ ਦੀ ਕੋਈ ਨਾ ਕੋਈ ਮਸਲਤ ਹੋਵੇਗੀ। ਉਹ ਬਿਹਤਰ ਜਾਣਦਾ ਹੈ ਕਿ ਉਹਨੇ ਸਾਨੂੰ ਕਿਸ ਵੇਲੇ ਖੁਸ਼ੀ ਦੇਣੀ ਹੈ ਅਤੇ ਕਿਸ ਵੇਲੇ ਛੋਟੀ ਤਕਲੀਫ ਦੇ ਕੇ ਕਿਸੇ ਵੱਡੀ ਮੁਸੀਬਤ ਤੋਂ ਮਹਿਫੂਜ਼ ਰੱਖਣਾ ਹੈ। ਅਜੋਕੇ ਦਿਨਾਂ ਵਿੱਚ ਕਈ ਪਰੇਸ਼ਾਨੀਆਂ ਹੀ ਵੇਖੀਆਂ ਅਤੇ ਕਈ ਅਜ਼ਮਾਇਸ਼ਾਂ ਤੋਂ ਵੀ ਗੁਜ਼ਰ ਹੋਇਆ। ਲੇਕਿਨ ਜਿਵੇਂ ਮੈਂ ਅਰਜ਼ ਕੀਤੀ ਹੈ ਕਿ ਜੇਕਰ ਤੁਹਾਡਾ ਰੱਬ ਉੱਤੇ ਯਕੀਨ ਕਾਮਲ ਹੋਵੇ ਅਤੇ ਫਿਰ ਤੁਸੀਂ ਉਹਦੀ ਮਰਜ਼ੀ ਨੂੰ ਹਿਕਮਤ ਸਮਝ ਕੇ ਆਪਣੀ ਝੋਲੀ ਪਾਇਆ ਦੁੱਖ ਵੀ ਜੱਜ ਜਾਂਦੇ ਹੋ। ਮੈਂ ਰੱਬ ਅੱਗੇ ਦੁਆ ਗੋ ਹਾਂ ਕਿ ਉਹ ਦੁਨੀਆ ਦੇ ਹਰ ਮੁਸਲਮਾਨ ਦੀ ਮੁਸ਼ਕਿਲ ਆਸਾਨ ਕਰੇ, ਹਰ ਇਨਸਾਨ ਨੂੰ ਅਜ਼ਮਾਇਸ਼ਾਂ ਦੇ ਦਲਦਲ 'ਚੋਂ ਕੱਢ ਕੇ ਉਹਦੀ ਹਯਾਤੀ ਨੂੰ ਸੁਖੱਲਾ ਕਰੇ। ਬਹਰਹਾਲ ਇਹ ਤਾਂ ਕੁਝ ਅਜਿਹੇ ਮਾਮਲਾਤ ਨੇ ਜਿਹੜੇ ਲਾਜ਼ਮੀ ਤੌਰ ਉੱਤੇ ਤੁਹਾਡੇ ਮਿਜ਼ਾਜ ਉੱਤੇ ਅਸਰ ਅੰਦਾਜ਼ ਹੁੰਦੇ ਨੇ, ਜਿਨ੍ਹਾਂ ਦਾ ਜ਼ਿਕਰ ਤਫਸੀਲਨ ਨਾ ਵੀ ਕੀਤਾ ਜਾਏ ਅਤੇ ਇੰਨਾ ਹੀ ਕਹਿ ਦੇਣਾ ਕਾਫੀ ਹੁੰਦਾ ਹੈ ਕਿ ਅਸੀਂ ਅੱਜ ਕੱਲ੍ਹ ਉਸ ਰਾਹ ਦੇ ਮੁਸਾਫਰ ਹਾਂ ਜਿੱਥੇ ਛਾਂ ਘੱਟ ਅਤੇ ਅਜ਼ਮਾਇਸ਼ਾਂ ਦੀ ਧੁੱਪ ਜ਼ਿਆਦਾ ਹੈ। ਜਿਸ ਰੱਬ ਨੇ ਅਜ਼ਮਾਇਸ਼ਾਂ ਦਿੱਤੀਆਂ, ਯਕੀਨੀ ਤੌਰ 'ਤੇ ਉਹ ਹੀ ਇਹਨਾਂ ਨੂੰ ਟਾਲੇਗਾ ਵੀ, ਇਹਦੇ ਬਦਲੇ ਸਾਡੇ ਹੱਕ ਵਿੱਚ ਕੁਝ ਬਿਹਤਰ ਅਤਾ ਕਰੇਗਾ। ਸੱਜਣ ਪਿਆਰਿਓ, ਪਿਛਲੇ ਕੁਝ ਦਿਨਾਂ ਤੋਂ ਸਾਡਾ ਮੀਡੀਆ ਟ੍ਰੈਫਿਕ ਦੇ ਮਸਾਇਲ ਨੂੰ ਬੜਾ ਜ਼ੇਰੇ ਬਸ ਲਿਆ ਰਿਹਾ ਹੈ। ਮਰੀਮ ਨਵਾਜ਼ ਹੋਰਾਂ ਦੀ ਸਰਕਾਰ ਨੇ ਵਾਜ਼ੇ ਐਲਾਨ ਕੀਤਾ ਹੈ ਕਿ ਜੇਕਰ ਤੁਸੀਂ ਟ੍ਰੈਫਿਕ ਦੇ ਕਾਨੂੰਨ ਦੀ ਪਾਬੰਦੀ ਨਹੀਂ ਕਰੋਗੇ ਤਾਂ ਫਿਰ ਤੁਹਾਨੂੰ ਵੱਡੇ ਜੁਰਮਾਨੇ ਕੀਤੇ ਜਾਣਗੇ। ਹੈਲਮਟ ਨਾ ਪਾਉਣਾ, ਇਸ਼ਾਰਾ ਤੋੜਨਾ, ਫਿਰ ਵਨ ਵੇ ਡਰਾਈਵਿੰਗ ਕਰਨਾ, ਇਹ ਸਾਡੇ ਸਮਾਜ ਵਿੱਚ ਵਸਣ ਵਾਲਿਆਂ ਦੀ ਜਿਵੇਂ ਆਦਤ ਬਣ ਗਈ ਹੈ। ਇਹਦੇ ਨਾਲ ਨਾਲ ਨਿੱਕੇ ਬਾਲਾਂ ਨੂੰ ਜੰਮਦੇ ਹੀ ਮੋਟਰਸਾਈਕਲ ਜਾਂ ਸਕੂਟਰ 'ਤੇ ਚਾੜ੍ਹ ਦੇਣਾ ਵੀ ਜਿਵੇਂ ਫੈਸ਼ਨ ਹੋ ਗਿਆ ਹੈ। ਮੈਂ ਬਹੁਤ ਅਰਸੇ ਤੋਂ ਸਰਕਾਰ ਨੂੰ ਗੁਜ਼ਾਰਿਸ਼ ਕਰ ਰਿਹਾ ਹਾਂ ਕਿ ਜੇਕਰ ਅਸੀਂ ਆਪਣੇ ਸ਼ਹਿਰਾਂ 'ਚੋਂ ਟ੍ਰੈਫਿਕ ਦੇ ਮਸਾਇਲ ਹੱਲ ਕਰ ਲਈਏ ਤਾਂ ਸਾਡੀਆਂ ਅੱਧੀਆਂ ਮੁਸ਼ਕਿਲਾਂ ਆਸਾਨ ਹੋ ਜਾਣਗੀਆਂ। ਬਦਕਿਸਮਤੀ ਨਾਲ ਨਾ ਤਾਂ ਸਾਡੀਆਂ ਸਰਕਾਰਾਂ ਕਦੀ ਇਹਨਾਂ ਮਸਲਿਆਂ ਨੂੰ ਹੱਲ ਕਰਨ ਵਾਲ ਆਈਆਂ ਅਤੇ ਨਾ ਹੀ ਸਾਡੇ ਸ਼ਹਿਰੀਆਂ ਸੋਚਿਆ ਕਿ ਜੇਕਰ ਅਸੀਂ ਮੁਲਕੋਂ ਬਾਹਰ ਜਾ ਕੇ ਕਾਨੂੰਨ ਦੇ ਪਾਬੰਦ ਹੋ ਸਕਦੇ ਹਾਂ ਤਾਂ ਫਿਰ ਆਪਣੇ ਮੁਲਕ ਨੂੰ ਬਿਹਤਰ ਬਣਾਉਣ ਲਈ ਕਾਨੂੰਨ ਦੀ ਪਾਬੰਦੀ ਕਿਵੇਂ ਨਹੀਂ ਕਰ ਸਕਦੇ। ਮੈਂ ਸਮਝਦਾ ਹਾਂ ਕਿ ਜੇਕਰ ਮਰੀਮ ਨਵਾਜ਼ ਨੇ ਫੈਸਲਾ ਕਰ ਲਿਆ ਹੈ ਕਿ ਪੰਜਾਬ ਵਿੱਚੋਂ ਟ੍ਰੈਫਿਕ ਕਾਨੂੰਨ ਦੀ ਖਿਲਾਫਵਰਜ਼ੀ ਨੂੰ ਮੁਕਾ ਕੇ ਦਮ ਲੈਣਾ ਹੈ ਤਾਂ ਫਿਰ ਯਕੀਨੀ ਤੌਰ 'ਤੇ ਬਗੈਰ ਕਿਸੇ ਲਿਹਾਜ਼ ਦੇ ਇਹਨਾਂ ਕਾਨੂੰਨਾਂ 'ਤੇ ਅਮਲ ਦਰਾਮਦ ਕਰਵਾਉਣਾ ਪਏਗਾ ਜਿਹੜੇ ਟ੍ਰੈਫਿਕ ਨੂੰ ਸਿੱਧੇ ਰਾਹ ਪਾਉਣ ਲਈ ਤਰਤੀਬ ਦਿੱਤੇ ਗਏ ਨੇ। ਉਸ ਸਿਫਾਰਿਸ਼ ਅਤੇ ਫੋਨ ਕਲਚਰ ਨੂੰ ਖਤਮ ਕਰਨ ਦੀ ਲੋੜ ਹੈ ਜਿਹੜਾ ਹਮੇਸ਼ਾ ਟ੍ਰੈਫਿਕ ਖਵਾਤੀਨ ਦੀ ਖਿਲਾਫਵਰਜ਼ੀ ਕਰਨ ਵਾਲੇ ਨੂੰ ਬਚਾ ਲੈਂਦਾ ਹੈ। ਇਹ ਰੀਤ ਪਾਉਣੀ ਪਏਗੀ ਕਿ ਭਾਵੇਂ ਕੋਈ ਵਕੀਲ ਹੈ, ਸਰਕਾਰੀ ਅਫਸਰ ਹੈ, ਸਾਫੀ ਹੈ ਜਾਂ ਫਿਰ ਆਪ ਟ੍ਰੈਫਿਕ ਪੁਲਿਸ ਵਾਲਾ ਹੈ, ਉਹਨੂੰ ਕੋਈ ਰਿਆਇਤ ਨਹੀਂ ਮਿਲੇਗੀ। ਜੇ ਉਹ ਕਾਨੂੰਨ ਦੀ ਖਿਲਾਫਵਰਜ਼ੀ ਕਰੇਗਾ ਅਤੇ ਉਹਦੇ ਖਿਲਾਫ ਉਂਝ ਹੀ ਕਾਰਵਾਈ ਹੋਵੇਗੀ ਜਿਵੇਂ ਆਮ ਸ਼ਹਿਰ ਦੇ ਖਿਲਾਫ ਹੁੰਦੀ ਹੈ। ਕਾਨੂੰਨ 'ਤੇ ਅਮਲ ਦਰਾਮਦ ਕਰਵਾਉਣ ਲਈ ਨਾ ਤਾਂ ਵੱਡੇ ਜੁਰਮਾਨੇ ਦੀ ਲੋੜ ਹੈ ਅਤੇ ਨਾ ਹੀ ਲੋਕਾਂ ਨੂੰ ਸਜ਼ਾਵਾਂ ਦੇਣ ਲਈ ਥਾਣਿਆਂ ਵਿੱਚ ਕੈਦ ਕਰਨ ਲਈ। ਸਿਰਫ ਔਰ ਸਿਰਫ ਸਾਡੀ ਟ੍ਰੈਫਿਕ ਪੁਲਿਸ ਇਮਾਨਦਾਰੀ ਨਾਲ ਕਾਨੂੰਨ 'ਤੇ ਅਮਲ ਦਰਾਮਦ ਕਰਵਾਉਣ ਦਾ ਫੈਸਲਾ ਕਰ ਲਵੇ ਅਤੇ ਯਕੀਨ ਮੰਨੋ ਮਾੜੇ ਮੋਟੇ ਜੁਰਮਾਨੇ ਕਰਨ ਨਾਲ ਵੀ ਮਾਮਲਾਤ ਸਿੱਧੇ ਰਾਹ ਪੈ ਜਾਣਗੇ। ਪਰ ਬਦਕਿਸਮਤੀ ਕਿ ਸਾਡਾ ਪੁਲਿਸ ਦਾ ਮਹਿਕਮਾ ਆਪ ਇਸ ਗੁਨਾਹ 'ਚ ਸ਼ਾਮਲ ਹੈ ਜਿਹਨੂੰ ਕਾਬਲੇ ਤਾਜ਼ੀਰ ਬਣਾਉਣ ਲਈ ਸਾਡੀ ਸਰਕਾਰ ਵੱਡੇ ਵੱਡੇ ਜੁਰਮਾਨੇ ਕਰਨ ਦਾ ਫੈਸਲਾ ਕੀਤੀ ਬੈਠੀ। ਇੱਕ ਪਾਸੇ ਅਤੇ ਬਗੈਰ ਹੈਲਮਟ ਸਫ਼ਰ ਕਰਨ ਵਾਲਿਆਂ ਨੂੰ ਥਾਣੇ ਬੰਦ ਕੀਤਾ ਜਾ ਰਿਹਾ ਹੈ, ਦੂਜੇ ਪਾਸੇ ਉਹ ਵੱਡੀਆਂ ਵੱਡੀਆਂ ਗੱਡੀਆਂ ਜਿਹਨਾਂ ਦੇ ਸ਼ੀਸ਼ੇ ਵੀ ਕਾਲੇ ਅਤੇ ਨੰਬਰ ਪਲੇਟਾਂ ਵੀ ਗੈਰ ਕਾਨੂੰਨੀ, ਉਹਨੂੰ ਹੱਥ ਪਾਉਣ ਲੱਗਿਆਂ ਸਾਡੀਆਂ ਪੁਲਿਸਾਂ 100 ਵਾਰੀ ਸੋਚਦੀਆਂ ਨੇ। ਮੈਂ ਅੱਜ ਵੇਖਿਆ ਕਿ ਇਸ਼ਾਰਾ ਤੋੜਨ ਪਾਰੋਂ ਸੜਕ ਕਿਨਾਰੇ ਜਿੰਨੇ ਲੋਕ ਖਿਲਾਰੇ ਹੋਏ ਸਨ ਉਹ ਸਾਰੇ ਦੇ ਸਾਰੇ ਮੋਟਰਸਾਈਕਲ ਸਵਾਰ ਸਨ। ਹਾਲਾਂਕਿ ਮੇਰੇ ਸਾਹਮਣੇ ਇਹਨਾਂ ਮੋਟਰਸਾਈਕਲ ਸਵਾਰਾਂ ਦੇ ਨਾਲ ਨਾਲ ਜਿਨ੍ਹਾਂ ਗੱਡੀਆਂ ਨੇ ਖਿਲਾਫਵਰਜ਼ੀ ਕੀਤੀ, ਪੁਲਿਸ ਵਾਲਿਆਂ ਨੇ ਉਹਨਾਂ ਵੱਲ ਰੋਕ ਹੀ ਨਹੀਂ ਕੀਤਾ। ਜ਼ਰਾ ਇੱਕ ਪੈਰ ਅਗਾਂਹ ਪੱਟ ਕੇ ਵੇਖੋ
तो तुहानूं लाहौर सने हर शहर ते इलाके दी सड़कों उत्ते वो वड्डियां गड्डियां विखाली देणगियां जिन्हें लाजम है कि इंतहाई खब्बे हथ सफ़र करन। पर तुसीं वेखो बेशतर गड्डियां तुहानूं सज्जे हथ उस लैन च विखाली देणगियां जिहड़ी ओवरटेक करन लई मखसूस है। इन्हां वड्डियां गड्डियां नूं ना तो लाहौर शहर दीयां आम सड़कों उत्ते कोई डकदा है तो ना ही उन्हां मरकजी शाहरावां उत्ते जुर्माने कीते जांदे ने जिथे ट्रैफिक पुलिस माड़े बंदे नूं साइड ते ला के उन्होंने लंबे लंबे लैक्चर चाड़ती रहिंदी है। मोटरवे उत्ते मामलात किसी हद तक बेहतर ने। मुल्क दीयां दूजियां सड़कों उत्ते उही हाल है जिहड़ा मैं बयान कर रहा हूँ। बाज़ लोग आखदे ने कि ट्रांसपोर्टर पुलिसां नूं खर्चा पानी लाउंदे ने इस करके इन्हां ते हत्थ हौला रखिया जांदा है। कुछ लोगों का ख्याल है कि पुलिस ने भी कानून का डंडा वरतन लई सिर्फ और सिर्फ उस तबके नूं टारगेट किया होया है जिहदी कोई सुनवाई नहीं। पर असीं ते वो गल करदे हां जिहड़ी ग्राउंड ते विखाली दिंदी है। गल माल पानी दी होवे या फिर तगड़ी सिफारिश दी, इस गल नूं कोई नहीं झुठला सकदा कि ट्रैफिक पुलिस माड़े बंदे ते तगड़े विच बराबरी दा रवैया इख्तियार नहीं करदी। ये भी गल याद रखी जाए कि सरकार जुर्माने तो कर रही है पर ट्रैफिक के मसाइल ਉਂਝ ਦੇ ਉਂਝ ਹੀ ਨੇ जिवें पहला सन। सरकार का फर्ज है कि जेकर वो कानून का नफाज करने लई लोगों ने सख्ती कर रही है तो फिर वो सड़कों उत्ते ट्रैफिक की रवानगी नूं बेहतर भी बनाए। अज भी फिरोजपुर रोड, जेल रोड, किनाल रोड, माल रोड, गाजी रोड, रायबन रोड, शौकत अली रोड सने कई आम सड़कां पुलिस की नालायकी की दास्तान सुणांदियां ने। मैं मरीम नवाज होरां नूं गुजारिश करांगा कि वो वड्डे जुर्माने की थावें सिस्टम नूं बेहतर बनाने की तवज्जो देन। जेकर असीं थोड़े जुर्माने करके लोगों को एहसास दिवाने कामयाब हो गए कि साडी ट्रैफिक पुलिस या साडा सिस्टम किसी ने कोई रियायत नहीं करेगा तो फिर यकीन मनो लोग भी ट्रैफिक कवानीन की पाबंदी करनी शुरू कर देंगे। रब सच्चा साडे मुल्क के हालात बेहतर करे। फिलहाल तो एक अजिही बेचैनी मुल्की फिजावां च विखाली दे रही है जिहड़ी हर शख्स नूं परेशान कर रही है। पंजाब सरकार वालों तरक्याती काम भी हो रहे हैं, ये नाल इंज भी लग रहा है जिवें पूरे मुल्क दे विच एक अजिहा आदम इत्मीनान है जिहड़ा सानूं अंदरों अंदरों खाई जा रहा है। मेरी दुआ है कि रब सोहना साडे देश नूं आबाद रखे, इहदे हाकमां नूं तौफीक देवे कि वह बला तफरीक कानून की हुक्मरानी नूं मुमकिन बनाउण, सिफारशी कल्चर खत्म होवे ते इत्थे इंसाफ की हाकमियत होवे। बहुत सारियां नेक दुआवां दे नाल इजाजत दिओ, फिर मिलांगे। रब रखा।